ਆਵੇ ਕਿ ਤੂੰ ਸਦਾ ਸਲਾਮਤ ਨਿਰੰਕਾਰ, ਇਥੋਂ ਤੱਕ ਸਾਖਿਆਤਾਰ ਜਿਹੜਾ ਬ੍ਰਹਮ ਹੈ ਨਾ ਉਹਦੇ ਪਰਥਾਏ। ਇਹ ਚਾਰ ਵੇਰ ਪੰਕਤੀ ਤਾਈਓ ਕਹੀ ਹੈ। ਪੁਨ ਸ਼੍ਰੀ ਅਰਜਨ ਤੁਕੈ ਬਨਾਏ, ਮਹਾਵਾਕ ਜਿਸ ਬਿਖੈ ਲਖਾਏ। ਹੁਣ ਸਾਰਿਆਂ ਲਈ ਸੌਖਾ ਕਰ ਦਿੱਤਾ। ਸਤਯੁਗ ਤ੍ਰੇਤਾ ਦੁਆਪਰ ਵਿੱਚ ਸੰਸਕ੍ਰਿਤ ਬਹੁਤ ਔਖੀ ਰਹੀ, ਕਲਯੁਗੀ ਜੀਵਾਂ ਦੀ ਸਮਝ ਤੋਂ ਪਰੇ ਹੈ। ਹੁਣ ਪੁੱਛਿਆ ਜਾ ਕੇ ਜਦੋਂ ਅਕਬਰ ਵੇਲੇ ਤੀਜੇ ਪਾਤਸ਼ਾਹ ਵੇਲੇ ਲਾਹੌਰ ਮੁਕੱਦਮਾ ਕਰ ਦਿੱਤਾ ਜਾ ਕੇ ਬਈ ਜਦੋਂ ਚਾਰੇ ਵੇਦ ਨੇ ਇਹਨਾਂ ਨੇ ਨਵੀਂ ਬਾਣੀ ਕਿਉਂ ਰਚੀ। ਉਸ ਵਕਤ ਗੁਰੂ ਰਾਮਦਾਸ ਜੀ ਨੂੰ ਤੀਜੇ ਪਾਤਸ਼ਾਹ ਨੇ ਭੇਜਿਆ। ਕਹਿਣ ਲੱਗੇ ਮਹਾਰਾਜ ਮੈਨੂੰ ਉੱਥੇ ਕੀ ਆਉਣਾ। ਕਹਿੰਦੇ ਮੂਲ ਮੰਤਰ ਦੇ 5 ਪਾਠ ਕਰਕੇ ਆਪਣੇ ਖੱਬੇ ਹੱਥ ਦੇਖਿਓ, ਲਾਈਨਾਂ ਲਾ ਕੇ ਖੜੇ ਹੋਣਗੇ ਵੇਦ ਸਿਮਰਤੀਆਂ ਸ਼ਾਸਤਰ, ਜਵਾਬ ਜਿੱਥੋਂ ਮਰਜ਼ੀ ਦੇਈ ਜਾਇਓ। ਇਉਂ ਸਤਿਗੁਰੂ ਮਹਾਰਾਜ ਨੇ ਜਦ ਭੇਜ ਦਿੱਤਾ ਜਾ ਕੇ ਜਦੋਂ ਜਵਾਬ ਦਿੱਤੇ ਤਸੱਲੀ ਕਰਾ ਦਿੱਤੀ। ਇੱਕ ਵਾਰ ਸਾਰਿਆਂ ਦੀ ਤਸੱਲੀ ਹੋ ਗਈ ਇਹਨਾਂ ਸਾਰਿਆਂ ਦੀ। ਕਹਿੰਦੇ ਤੁਸੀਂ ਬਾਣੀ ਕਿਉਂ ਰਚੀ ਹੈ। ਪ੍ਰਮਾਣ ਦਿੱਤਾ ਉੱਥੇ ਤੀਜੇ ਪਾਤਸ਼ਾਹ ਨੇ, ਪ੍ਰਮਾਣ ਵਿੱਚ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ ਜਿਵੇਂ ਕਿਸੇ ਨੇ ਇੱਕ ਖੂਹ ਲਾ ਲਿਆ, ਉਹ ਖੂਹ ਵਾਲਾ ਜ਼ਿਮੀਂਦਾਰ ਬੜਾ ਖੁਸ਼ ਆ, ਆਪਣੇ ਖੇਤਾਂ ਨੂੰ ਗੁਆਂਢੀਆਂ ਨੂੰ ਹੋਰ ਗੁਆਂਢੀਆਂ ਨੂੰ ਆਸੇ ਪਾਸੇ ਦੇ 10 ਖੇਤਾਂ ਨੂੰ ਪਾਣੀ ਦੇ ਸਕਦਾ, ਪਰ ਸਾਰੇ ਖੇਤਾਂ ਨੂੰ ਸਿੰਜ ਨਹੀਂ ਸਕਦਾ ਉਹ। ਇਸੇ ਪ੍ਰਕਾਰ ਜਦੋਂ ਬੱਦਲ ਆਇਆ ਤਾਂ ਬੱਦਲ ਨੇ ਤਾਂ ਕੋਈ ਥਾਂ ਦੇਖੀ ਨਹੀਂ ਨਾ ਜਿੱਥੇ ਮੀਂਹ ਨਾ ਪਾਇਆ ਹੋਵੇ। ਕਹਿੰਦੇ ਇਹ ਜਿਹੜੀ ਵੇਦ ਬਾਣੀ ਹੈ ਖੂਹ ਦੇ ਪਾਣੀ ਵਰਗੀ ਹੈ। ਪਹਿਲਾਂ ਤਾਂ ਇਹ ਕਹਿੰਦੇ ਨੇ ਜੀ ਬ੍ਰਾਹਮਣ ਹੀ ਹੋਵੇ ਬਸ, ਉੱਤਮ ਜਾਤੀ ਦਾ ਉਹ ਵੀ। ਫਿਰ ਖੱਤਰੀ ਸੂਦ ਤੇ ਵੈਸ਼ ਇਹਨਾਂ ਨੂੰ ਸੁਣਨ ਦਾ ਹੀ ਅਧਿਕਾਰ ਨਹੀਂ ਹੈਗਾ। ਦੱਸੋ ਕਹਿੰਦੇ ਉਹ 3 ਜਾਣੇ ਕਿਵੇਂ ਤਰਨਗੇ। ਤੇ ਫਿਰ ਬ੍ਰਾਹਮਣ ਜਾਤੀ ਵਿੱਚੋਂ ਸ੍ਰੇਸ਼ਟ ਹੀ ਬ੍ਰਾਹਮਣ ਹੋਵੇ, ਜਿਹਦੀ ਤੇਲੀਆ ਬੁੱਧੀ ਹੋਵੇ, ਪੰਡਾ ਬੁੱਧੀ ਹੋਵੇ, ਬਹੁਤ ਤੇਜ਼ ਬੁੱਧੀ ਹੋਵੇ, ਉਹੀ ਬੰਦਾ ਵੇਦ ਦਾ ਅਧਿਕਾਰੀ ਹੈ, ਵੇਦ ਨੂੰ ਪੜ੍ਹਨ ਦਾ। ਫਿਰ 12 ਸਾਲ ਉਹ ਬੰਦੇ ਨੂੰ ਵਿਆਕਰਣ ਸਿੱਖਣੀ ਪੈਂਦੀ ਹੈ ਇਹਦੀ। 12 ਸਾਲਾਂ ਵਿੱਚ ਵੇਦ ਪਾਠੀ ਬਣਦਾ ਇਹਦਾ। 12 ਸਾਲਾਂ ਵਿੱਚ ਉਹਦੇ ਅਰਥ ਸਿੱਖਦਾ ਹੈ। 36 ਸਾਲ ਦੀ ਉਮਰ ਚਾਹੀਦੀ ਹੈ। ਇਹ ਸੰਸਕ੍ਰਿਤ ਆਦਿਕ ਤੇਜ਼, ਉਹ ਵੀ ਜੇ ਬਹੁਤ ਸਪੀਡ ਵਾਲੀ ਬੁੱਧੀ ਚੰਗੀ ਹੋਵੇ ਤਾਂ। ਆਮ ਬੰਦਾ ਤਾਂ 72 ਸਾਲਾਂ 'ਚ ਬਿਨਾਂ ਸਿੱਖੇ ਇਹਨੂੰ। ਤੇ ਕਹਿੰਦੇ ਅਸੀਂ ਤਾਂ ਮਹਾਰਾਜ ਇਸ ਕਰਕੇ 36 ਸਾਲਾਂ ਜੇ ਇੱਕ ਬੰਦਾ ਇਉਂ ਕਰਨ ਲੱਗਿਆ, ਇਹ ਕਲਯੁਗੀ ਜੀਵ ਨੇ ਕਿਰਤ ਕਰਕੇ ਰੋਟੀ ਖਾਣੀ ਹੈ, ਗ੍ਰਸਤੀ ਬੰਦੇ ਨੇ, ਇਹ ਬੱਚੇ ਪਾਲਣਗੇ ਕਿ ਵੇਦ ਪੜ੍ਹਨਗੇ, ਇਹ ਸੰਸਕ੍ਰਿਤ ਸਿੱਖਣਗੇ, ਫਿਰ ਇਹ ਤਰਨਗੇ ਕਿਵੇਂ। ਇਸ ਕਰਕੇ ਇਹ ਗੁਰਬਾਣੀ ਬੱਦਲਾਂ ਦੀ ਵਰਖਾ ਵਾਂਗੂ ਸੋ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇਸ ਕਰਕੇ ਸੋ ਮਹਾਰਾਜ ਜੀ ਨੇ ਇੱਥੇ ਇਹੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਹੀ ਮਹਾਵਾਕਾਂ ਨੂੰ ਇੰਨਾ ਸੌਖਾ ਕਰਕੇ ਲਿਖ ਦਿੱਤਾ ਹੈ ਕਿ ਸਧਾਰਨ ਵਿਅਕਤੀ ਜਿਹੜਾ ਹੈ ਉਹ ਸੁਤੇ ਸਿੱਧੀ ਇਹਨੂੰ ਸਮਝ ਸਕਦਾ ਹੈ। ਸਰਗੁਣ ਨਿਰਗੁਣ ਥਾਪੈ ਨਾਉ, ਦੋ ਮਿਲ ਏਕੈ ਕੀਨੋ ਥਾਉ। ਤੇ ਸਰਗੁਣ ਤੇ ਨਿਰਗੁਣ 2 ਰੂਪ ਨੇ ਵਾਹਿਗੁਰੂ ਦੇ। ਉਸੇ ਨੇ ਹੀ ਪ੍ਰਪੰਚ ਰਚਿਆ ਹੈ ਸਾਰਾ, ਤੇ ਦੋਨਾਂ ਨੇ ਮਿਲ ਕੇ ਇੱਕੋ ਹੀ ਥਾਂ ਦੇ ਉੱਤੇ ਕਰਮ ਕੀਤਾ। ਭਾਵ ਨਿਰਗੁਣ ਨੇ ਹੀ ਸਰਗੁਣ ਨੂੰ, ਨਿਰਗੁਣ ਬ੍ਰਹਮ ਹੈ ਤੇ ਸਰਗੁਣ ਆਪਾਂ ਸਾਰੇ ਬੈਠੇ ਆ। ਜਿੰਨਾ ਕੁਝ ਨਜ਼ਰ ਆਉਂਦਾ ਹੈ ਜਿਹੜਾ ਤੱਤਾਂ ਨਾਲ ਮਿਲ ਕੇ, ਮਾਇਆ ਨਾਲ ਮਿਲ ਕੇ ਉਹਨੇ ਬਣਾਇਆ ਹੈ, ਉਹ ਹੈ ਸਰਗੁਣ। ਉਹ ਜਿਹੜਾ ਏਕਾ ਲਿਖਦੇ ਆ ਸ਼ੁਰੂ ਦੇ ਵਿੱਚ, ਏਕੇ ਵਿੱਚ 0, ਜੀਰੇ ਵਿੱਚ ਬਿੰਦੂ, ਜਿਹਨੂੰ ਕਹਿੰਦੇ ਆਪਾਂ ਇਸੇ ਤਰੀਕੇ ਦੇ ਨਾਲ ਕਿ ਬਿੰਦੂ ਤਾਂ ਬਿਲਕੁਲ ਹੀ ਕਾਲੇ ਰੰਗ ਦਾ ਹੁੰਦਾ, ਉੱਥੋਂ ਬ੍ਰਹਮ ਸ਼ੁਰੂ ਹੁੰਦਾ, ਫਿਰ 0 ਬਣਦਾ, ਫਿਰ ਥੱਲੇ ਨੂੰ ਏਕਾ ਨਿਕਲਦਾ ਉਹਦੇ ਵਿੱਚੋਂ, ਉਹ ਇੱਕ ਨਿਰਗੁਣ ਹੈ। ਇਹਦੇ ਵਿੱਚ ਜਿਹੜਾ ਓਂਕਾਰ ਹੈ ਇਹ ਸਰਗੁਣ ਹੈ। ਓਂਕਾਰ ਦੀਆਂ 3 ਲਾਈਨਾਂ 3 ਗੁਣਾਂ ਨੂੰ ਦਰਸਾਉਂਦੀਆਂ ਨੇ। ਉਹ ਊੜੇ ਦੀਆਂ 3 ਲਾਈਨਾਂ ਜਿੱਥੇ ਜਾ ਕੇ ਬ੍ਰਹਮਾ ਵਿਸ਼ਨੂੰ ਮਹੇਸ਼ ਰਜੋਗੁਣ ਤਮੋਗੁਣ ਸਤੋਗੁਣ ਆਉਂਦੇ ਨੇ, ਇਹ ਮਾਇਆ ਦੇ ਸੰਯੁਕਤ ਈਸ਼ਵਰ ਦਾ ਜੋ ਆਪਾਂ ਕਹਿੰਦੇ ਹਾਂ ਸਰੂਪ ਹੈ, ਉਹਨੂੰ ਕਹਿੰਦੇ ਓਂਕਾਰ। ਆਪਾਂ ਕਹਿੰਦੇ ਸਭਨਾਂ ਦਾ ਜੋ ਪ੍ਰਕਾਸ਼ਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਨਿਰਗੁਣ ਨੇ ਹੀ ਸਰਗੁਣ ਰੂਪ ਧਾਰਨ ਕੀਤਾ। ਇਹੀ ਮਹਾਵਾਕ ਹੈ, ਇਹ ਆਪਾਂ ਨੂੰ ਜਣਾਇਆ ਹੈ। ਨਿਰਗੁਣ ਆਪ ਸਰਗੁਣ ਵੀ ਉਹੇ,
कला तार जिन सगले मोए। निर्गुण भी वो आप ही है, सरगुण भी आप ही है। कला धार के शक्ति रख के जिन्हें सारी सृष्टि को अपने वाल खिंचिया होया है, मोया होया है। सरगुण विच माया भी है, सरगुण रूप विच ईश्वर भी है, सरगुण रूप दे विच जीव भी है। ये सारा विराट रूप है उहदा अपना। आकाश उहदा सिर है, पताल जिहड़ा ये उहदे चरण ने। इसी प्रकार आ जिन्ने दरख्त ने इहदी रोमावली है। इसी तरह ही सारा कुछ एक विराट रूप जानना करो। निर्गुण भी आप है, सरगुण भी आप ही है। मैं नाही प्रभ सब किछ तेरा, मैं नाही प्रभ सब किछ तेरा। ये महाराज जी ने बड़ी सौखे अखरां विच आपां नूं दस्सिया है। किहनूं नहीं समझ लगदा, ये बच्चे तो बच्चे नूं भी समझ लगदा है। ते उत्थे जे लिख दईए संस्कृत विच तां उत्थे किसी नूं समझ नहीं लगना। तां महाराज कहने असीं तां धुर की बाणी राहीं तुहानूं समझाउंदे हैं कि मैं नाही प्रभ सब किछ तेरा। ਇਹਦਾ ਤਾਂ अर्थ करन दी भी जरूरत नहीं पैंदी, ਇਹ ਤਾਂ बिल्कुल स्पष्ट है। ईगै निर्गुण उगै सरगुण, केल करत बिच स्वामी मेरा। इधर निर्गुण है एक स्वरूप ਉਹਦਾ, ਤੇ ਉਧਰ ਦੂਜੇ ਪਾਸੇ ਸਰਗੁਣ ਰੂਪ ਉਸੇ ਨੇ ਧਾਰਿਆ ਹੋਇਆ। ਇਹਦੇ ਵਿੱਚ ਕਿਰਿਆ ਕੌਣ ਕਰਦਾ? ਕੇਲ। ਕੇਲ ਕਰਤ ਵਿੱਚ ਸੁਆਮੀ ਮੇਰਾ। ਉਹ ਜਿਹੜਾ ਕੌਤਕ ਕਰਨ ਵਾਲਾ ਹੈ ਇਹਦੇ ਵਿੱਚ, ਉਹ ਜੋਤ ਦੋਨਾਂ 'ਚ ਇੱਕੋ ਹੀ ਹੈ। ਨਿਰਗੁਣ ਹੈ ਤੇ ਸਰਗੁਣ ਹੈ। ਨਿਰਗੁਣ ਨਜ਼ਰ ਨਹੀਂ ਆਉਂਦਾ। ਹਵਾ ਚੱਲਦੀ ਹੈ, ਜੇ ਦਰਖਤ ਨਾ ਹੋਣ, ਜੇ ਧੂਆਂ ਨਾ ਹੋਵੇ, ਜੇ ਮਿੱਟੀ ਨਾ ਹੋਵੇ, ਆਪਾਂ ਨੂੰ ਕੀ ਪਤਾ ਹਵਾ ਕਿੰਨੀ ਕੁ ਚੱਲਦੀ ਹੈ, ਕਿਵੇਂ ਚੱਲਦੀ ਹੈ, ਹਵਾ ਦਾ ਰੁਖ ਕੀ ਹੈ। ਹਵਾ ਨੂੰ ਆਪਾਂ ਨਿਰਗੁਣ ਵਿੱਚੋਂ ਸਰਗੁਣ ਵਿੱਚ ਉਦੋਂ ਬਦਲ ਦਿੰਦੇ ਆ ਜਦੋਂ ਆਪਾਂ ਦਰਖਤਾਂ ਵੱਲ ਦੇਖਦੇ ਆ, ਪੱਤਾ ਕਿੱਧਰ ਨੂੰ ਹਿਲਦਾ, ਧੂਆਂ ਕਿੱਧਰ ਨੂੰ ਜਾਂਦਾ ਹੈ। ਉਹ ਸਰਗੁਣ ਰਾਹੀਂ ਹੀ ਦੇਖਦੇ ਆ ਕਿ ਆਪਾਂ। ਇਸ ਕਰਕੇ ਹਵਾ ਵਿੱਚ ਵੀ ਨਿਰਗੁਣ ਤੇ ਸਰਗੁਣ ਹੈ, ਪਾਣੀ ਵਿੱਚ ਵੀ ਨਿਰਗੁਣ ਤੇ ਸਰਗੁਣ ਹੈ। ਪਾਣੀ ਜਦੋਂ ਦੋ ਗੈਸਾਂ ਦੇ ਰੂਪ ਵਿੱਚ ਹੁੰਦਾ ਉਦੋਂ ਦਿਖਦਾ ਨਹੀਂ। ਜਦੋਂ ਇਹੀ ਦੋ ਗੈਸਾਂ ਇਕੱਠੀਆਂ ਹੋ ਜਾਂਦੀਆਂ ਨੇ, ਆਕਸੀਜਨ ਤੇ ਹਾਈਡਰੋਜਨ, ਉਸੇ ਵਕਤ ਪਾਣੀ ਬਣ ਜਾਂਦੀਆਂ ਨੇ ਇਹ। तो इस करके निर्गुण ते सरगुण दोनों पक्षां विच है। आ दरख्तां दे विच अग है, ये निर्गुण है, दिखदी नहीं है। जदों अग ला दईए तां ये स्पष्ट हो जाती है, ये सरगुण रूप हो जाता है इहदा। इस करके कहंदे वाहिगुरू इत्थे ही सारा कुछ दिखाई जांदे ने, पर उधर ध्यान अपना घट है, अपना ध्यान होर ही पासे है। वो तुहानूं पता ही है अपना ध्यान कित्थे रहिंदा, सवेर तो शाम तक, शाम तो रात तक किधर नूं ख्यालात तुरे हुए ने भाई अपने। जे ख्याल आपां बदल दईए अपने कि बलिहारी कुदरत वसिया तेरा अंत ना जाई लखिया। वो दरख्तां विच वाहिगुरू आप बैठे ने, उन्हां दी जोत करके तां हरियावलता है। ते साइंसदान वो कहने ये हरा रंग क्यों दिखदा है, ਇਹਦੇ ਵਿੱਚ ਆਹ ਗੱਲ ਕਿਉਂ ਹੈ, ਉਹ ਆਪਣੇ ਢੰਗ ਨਾਲ ਸਮਝਾਉਂਦੇ ਨੇ। ਪਰ ਅਸੀਂ ਕਹਿੰਦੇ ਆ ਇਹ ਵਾਹਿਗੁਰੂ ਜੇ ਤੂੰ ਨਾ ਹੋਵੇਂ ਸਾਡੇ ਵਿੱਚ, ਦਰਖਤਾਂ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਤਾਂ ਇਹ ਸਾਰਾ ਕੁਝ ਮਿੱਟੀ ਹੈ। ਇਸ ਕਰਕੇ ਤੁਸੀਂ ਸਾਰਿਆਂ ਵਿੱਚ ਆਪ ਕੇਲ ਕਰੀੜਾ ਕਰ ਰਹੇ ਹੋ ਜੀ। ਜੋ ਪਏ ਪੁਨ ਇਕਤਾ ਜਪ ਜੀ ਮੈਂ ਕਹੇ, ਸੋ ਮੈਂ ਕਰੋ ਸੁਨਾਵਨ ਸਏ। ਕਹਿੰਦੇ ਫੇਰ ਜਪਜੀ ਸਾਹਿਬ ਦੇ ਵਿੱਚ ਕਹੀ ਹੈ ਇਕਤਾ। ਏਕਤਾ ਉਹ ਮੈਂ ਤੁਹਾਨੂੰ ਸਹੀ ਸੋਹਣੇ ਢੰਗ ਨਾਲ ਕਰਕੇ ਅੱਗੇ ਚੱਲ ਕੇ ਸੁਣਾਉਂਦਾ ਹਾਂ। ਜੀਵ ਈਸ਼ਿਕ ਬ੍ਰਹਮ ਸਰੂਪ, ਸਭ ਬਿਦ ਕੀਨ ਅਭੇਦ ਅਨੂਪ। ਇਹ ਜੀਵ ਤੇ ਈਸ਼ਵਰ ਇੱਕੋ ਹੀ ਰੂਪ ਹੈ। ਅਭੇਦ ਦਾ ਵਰਣਨ ਸਭ ਪ੍ਰਕਾਰ ਨਾਲ ਦੱਸਿਆ ਹੋਇਆ ਹੈ। ਕਹਿੰਦੇ ਨੇ ਇਹ ਜੀਵ ਅਤੇ ਰੂਪ ਜਿਹੜਾ ਨਾ ਦੋਨਾਂ ਦਾ, ਇਹ ਜੀਵ ਅਤੇ ਈਸ਼ਵਰ, ਇਹਨਾਂ 'ਚ ਫਰਕ ਕੋਈ ਨਹੀਂ ਹੈ। ਹੁਣ ਜੇ ਕਹੀਏ ਕਿ ਪਾਣੀ ਦਾ ਗਲਾਸ ਹੈ ਅਤੇ ਇੱਕ ਪਾਸੇ ਇੱਕ ਨਹਿਰ ਹੈ, ਇੱਕ ਪਾਸੇ ਸਮੁੰਦਰ ਹੈ, ਇਹਨਾਂ ਤਿੰਨਾਂ ਵਿੱਚ ਫਰਕ ਕੀ ਹੈ? ਆਕਾਰ ਦਾ ਹੀ ਫਰਕ ਹੈ। ਇਹ ਗਲਾਸ ਛੋਟਾ ਹੈ ਜਾਂ ਬਾਲਟੀ ਛੋਟੀ ਹੈ, ਜਾਂ ਪਾਣੀ ਦੀ ਟੈਂਕੀ ਛੋਟੀ ਹੈ, ਜਾਂ ਸਰੋਵਰ ਛੋਟਾ ਹੈ, ਉਸ ਤੋਂ ਵੱਡੀ ਨਦੀ ਹੈ, ਉਸ ਤੋਂ ਵੱਡਾ ਸਮੁੰਦਰ ਹੈ। ਪਰ ਜੇ ਤਿੰਨਾਂ ਵਿੱਚ ਇੱਕ ਗੱਲ ਦੇਖੀਏ, ਸਮੁੰਦਰ ਵਿੱਚ ਪਾਣੀ ਹੈ, ਇੱਕ ਗੱਲ ਲੈ ਲਓ, ਨਦੀ ਵਿੱਚ ਪਾਣੀ ਹੈ,
ਤੇ ਬਾਲਟੀ ਵਿੱਚ ਪਾਣੀ ਹੈ। ਇਹ ਗੱਲਾਂ ਤਾਂ ਇੱਕੋ ਜਿਹੀਆਂ ਬਣ ਗਈਆਂ ਨਾ, ਪਾਣੀ ਹੈ ਪਾਣੀ ਹੈ ਪਾਣੀ ਹੈ। ਕਿੱਥੇ ਬਈ? ਤਿੰਨਾਂ ਥਾਵਾਂ ਤੇ ਪਾਣੀ ਹੈ। ਇਸੇ ਤਰ੍ਹਾਂ ਹੀ ਜੀਵ ਦੇ ਵਿੱਚ ਵੀ ਬ੍ਰਹਮ ਹੈ, ਈਸ਼ਵਰ ਦੇ ਵਿੱਚ ਵੀ ਬ੍ਰਹਮ ਹੈ, ਸਰਗੁਣ ਦੇ ਵਿੱਚ ਵੀ ਬ੍ਰਹਮ ਹੈ, ਨਿਰਗੁਣ ਵਿੱਚ ਵੀ ਉਹੀ ਬ੍ਰਹਮ ਹੈ। ਉਹ ਬ੍ਰਹਮ ਤਾਂ ਸਾਰੇ ਹੀ ਵਰਤਦਾ ਹੈ। ਇਸ ਗੱਲ ਨੂੰ ਕੋਈ ਬੰਦਾ ਨਹੀਂ ਸਮਝ ਸਕਦਾ ਪ੍ਰਮਾਣ ਤੋਂ ਬਿਨਾਂ। ਜਪਜੀ ਸਾਹਿਬ ਦੇ ਪ੍ਰਮਾਣ ਰਾਹੀਂ ਸਮਝਾਉਂਦੇ ਨੇ। ਸਾਲਾਈ ਸਾਲਾਏ ਏਤੀ ਸੁਰਤ ਨ ਪਾਈਆ, ਨਦੀਆਂ ਅਤੈਵਾ ਪਵੈ ਸਮੁੰਦ ਨ ਜਾਣੀਐ। ਕਹਿੰਦੇ ਸਾਲਾਹੀ 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 ਜੋ ਸਲਾਉਣੇ ਯੋਗ ਹੈ ਉਹ ਪਰਮੇਸ਼ਰ ਦੀ ਸਲਾਹਤਾ ਕਰੋ। ਏਤੀ ਸੁਰਤ ਨਾ ਪਾਈਆ, ਤੈਨੂੰ ਇੰਨੀ ਵੀ ਸੁਰਤ ਨਹੀਂ ਹੈ, ਇੰਨਾ ਵੀ ਗਿਆਨ ਨਹੀਂ ਹੈ। ਕਹਿੰਦੇ ਜੀ ਫੇਰ ਕਿੰਨੀ ਕੁ ਦੇਰ ਜਪੀਏ, ਕਦੋਂ ਤੱਕ ਉਹਦਾ ਜਾਪ ਕਰੀਏ? ਕਹਿੰਦੇ ਦੇਖੋ ਨਦੀਆਂ ਅਤੈ ਵਾਹ ਵਾਹ, ਵਾੜਿਆਂ ਨੂੰ ਕਹਿੰਦੇ, ਨਾਲਿਆਂ ਨੂੰ, ਛੋਟਿਆਂ ਨੂੰ, ਵੱਡੀਆਂ ਨਦੀਆਂ ਛੋਟੇ ਨਾਲੇ, ਜਦੋਂ ਤੱਕ ਸਮੁੰਦਰ ਵਿੱਚ ਨਹੀਂ ਪੈ ਜਾਂਦੇ ਜਾ ਕੇ ਉਦੋਂ ਤੱਕ ਉਹ ਰੁਕਦੇ ਨਹੀਂ ਹੈ। ਚਲੇ ਜਾਂਦੇ ਰਾਤ ਦਿਨ, ਮੋੜ ਪਹਾੜ ਕੁਛ ਵੀ ਆ ਜੇ, ਨਦੀ ਦਾ ਪਾਣੀ ਤੁਰਿਆ ਹੀ ਰਹਿੰਦਾ। ਜਦੋਂ ਆਪਣੇ ਪਿਆਰੇ ਸਮੁੰਦਰ ਵਿੱਚ ਲੀਨ ਹੋ ਜਾਂਦੀ ਨਦੀ, ਉੱਥੇ ਜਾ ਕੇ ਇਕਾਗਰਤਾ ਟਿਕਾਓ ਪ੍ਰਾਪਤ ਕਰ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਅੱਗੇ ਚੱਲ ਕੇ ਆਪ ਹੀ ਇਹਦਾ ਵਿਸਥਾਰ ਕਰਨਗੇ। ਜੋ ਪਏ ਸਦਾ ਸਲਾਮਤ ਤਤ ਪਦ ਜਾਨ। ਹੁਣ ਜਿਹੜਾ ਸਦਾ ਸਲਾਮਤ ਅੱਖਰ ਹੈ, ਤੂੰ ਇੱਕ ਅੱਖਰ ਹੈ, ਸਦਾ ਸਲਾਮਤ ਦੋ ਹੈ, ਤੇ ਨਿਰੰਕਾਰ ਤਿੰਨ ਹੈ। ਇਹ ਵੇਦਾਂ ਅਨੁਸਾਰ ਹੁਣ ਇਹਦਾ ਅਰਥ ਕਰਕੇ ਆਪਾਂ ਕਿਸੇ ਵਿਦਵਾਨ ਪੰਡਤ ਨੂੰ ਸੁਣਾਉਣੇ ਹੁਣ ਤਾਂ ਇਉਂ ਬਣ ਜਾਂਦੇ ਨੇ। ਉਹ ਕਹੇਗਾ ਜੀ ਇੱਥੇ ਸਿੱਧੀਆਂ ਸਿੱਧੀਆਂ ਪੰਗਤੀਆਂ ਲਿਖੀਆਂ, ਕੋਈ ਖਾਸ ਗੱਲ ਤਾਂ ਹੈ ਨਹੀਂ ਵਿੱਚ। ਲੈ ਤੈਨੂੰ ਅਸੀਂ ਤੇਰੇ ਰਾਹੀਂ ਦੱਸ ਦਿੰਦੇ ਹਾਂ ਭਾਈ। ਕਹਿੰਦੇ ਸਦਾ ਸਲਾਮਤ ਨੂੰ ਕਹਿੰਦੇ ਨੇ, ਇਸ ਪਦ ਨੂੰ ਕਹਿੰਦੇ ਤਤ ਪਦ। ਇਹ ਹੁਣ ਤਿੰਨ ਹੁੰਦੇ ਨੇ, ਤਤ ਪਦ ਤੇ ਤਵੰਗ ਪਦ ਤੇ ਅਸ ਪਦ। ਇਹ ਤਤ ਪਦ ਜਿਹੜਾ ਹੈ ਤੇ ਇਹ ਬ੍ਰਹਮ ਨੂੰ ਕਿਹਾ, ਤੇ ਤਵੰਗ ਪਦ ਜੀਵ ਨੂੰ ਕਿਹਾ, ਤੇ ਅਸ ਪਦ ਜਿਹੜਾ ਹੈ ਇਹ ਵੀ ਬ੍ਰਹਮ ਦਾ ਨਾਮ ਹੈ। ਉਹ ਪਹਿਲੇ ਨਾਮ ਈਸ਼ਵਰ ਵੀ ਹੈ। ਇਸ ਕਰਕੇ ਉਹ ਜਿਹੜਾ ਸਮਝਾਉਣ ਵਾਸਤੇ ਕਹਿੰਦੇ ਨੇ ਕਿ ਇਹ ਜਿਹੜੀਆਂ ਪੰਕਤੀਆਂ ਨੇ, ਸਦਾ ਸਲਾਮਤ ਤਤ ਪਦ ਜਾਨ, ਇਹ ਸਦਾ ਸਲਾਮਤ ਜੋ ਪਦ ਨੂੰ ਤਤ ਪਦ ਸਮਝੋ। ਇਸ ਤੋਂ ਪਹਿਲਾਂ ਜਿਹੜਾ ਪਦ ਹੈ ਉਸ ਨੂੰ ਕੀ ਕਹਿੰਦੇ ਹਨ? ਤੂੰ ਤੇ ਪੂਰਵ ਅਨਵੈ ਠਾਨ। ਇਹ ਜਿਹੜਾ ਪਹਿਲਾ ਪਦ ਲਿਖਿਆ ਤੂੰ, ਸਦਾ ਸਲਾਮਤ, ਦੋ ਅੱਖਰ ਹੋ ਗਏ। ਤੂੰ ਦਾ ਅਨਵੈ ਉਲਟ ਕਰਕੇ ਦੇਖੋ, ਭਾਵ ਨਾਲ ਜੋੜੋ। ਕਹਿੰਦੇ ਹੁਣ ਇਹ ਬਣ ਗਿਆ ਤਤ ਤੁੰਗ, ਦੋਵੇਂ ਨਿਰੰਕਾਰ ਹੀ ਹੈ ਨਾ। ਭਾਵ ਤਤ ਦਾ ਮਤਲਬ ਹੁੰਦਾ ਈਸ਼ਵਰ, ਤੇ ਤਵੰਗ ਦਾ ਅਰਥ ਹੈ ਜੀਵ, ਤੇ ਨਿਰੰਕਾਰ ਦਾ ਅਰਥ ਹੈ ਬ੍ਰਹਮ। ਇਹ ਤਿੰਨ ਹੁੰਦੇ ਨੇ, ਤਤ ਪਦ, ਤਵੰਗ ਪਦ ਤੇ ਅਸ ਪਦ। ਹੋ ਸਕਦਾ ਅੱਗੇ ਚੱਲ ਕੇ ਫਿਰ ਇਹਨਾਂ ਦਾ ਇੱਕ ਵਾਰ ਵਿਸਥਾਰ ਆ ਜਾਵੇ। ਤਤ ਪਦ ਤੇ ਈਸ਼ਵਰ ਨੂੰ ਕਿਹਾ ਹੈ, ਤਵੰਗ ਪਦ ਜੀਵ ਨੂੰ ਕਿਹਾ ਹੈ, ਤੇ ਇਹ ਜਿਹੜਾ ਆਉਂਦਾ ਹੈ ਇੱਥੇ ਅਸ ਪਦ, ਉਹ ਕਹਿੰਦੇ ਨੇ ਬ੍ਰਹਮ ਪਰਮੇਸ਼ਰ ਨੂੰ ਜਿਹੜਾ ਸ਼ੁੱਧ ਸਰੂਪ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਲਿਖਿਆ ਹੈ ਤੂੰ ਦਾ ਅਰਥ ਹੈ ਤਵੰਗ ਪਦ ਜੀਵ, ਤੇ ਜਿਹੜਾ ਸਦਾ ਸਲਾਮਤ ਹੈ ਇਹ ਲਿਖਿਆ ਹੋਇਆ ਇੱਥੇ ਈਸ਼ਵਰ ਤਾਈਂ। ਤੇ ਜਿਹੜਾ ਲਿਖਿਆ ਅੱਗੇ ਚੱਲ ਕੇ ਤਤ ਤੂੰ ਦੋਨੋਂ ਹੈ ਨਿਰੰਕਾਰ। ਇਹ ਦੇਖੋ ਕਹਿੰਦੇ ਜਿਹੜਾ ਨਿਰੰਕਾਰ ਹੈ ਵਾਸਤਵ ਵਿੱਚ ਉਹ ਬ੍ਰਹਮ ਹੈ, ਉਸ ਨੂੰ ਆਪਾਂ ਆਸਪਦ ਵੀ ਕਹਿ ਲੈਂਦੇ ਹਾਂ। ਹੁਣ ਇੱਥੇ ਗੁਰੂ ਨਾਨਕ ਦੇਵ ਜੀ ਨੇ ਇਹੀ ਪ੍ਰਮਾਣ ਦਿੱਤਾ ਪੰਡਤਾਂ ਨੂੰ, ਸਿੱਧਾਂ ਨੂੰ ਵੀ ਇਹੀ ਸਮਝਾਇਆ ਸੀ। ਅਸਲ ਵਿੱਚ ਸਿੱਧ ਬਹੁਤੇ ਜ਼ਿਆਦਾ ਸਿਆਣੇ ਸੀ, ਪੰਡਤਾਂ ਵਿਦਵਾਨਾਂ ਨਾਲੋਂ ਵੀ ਕਿਤੇ ਜ਼ਿਆਦਾ ਸਿਆਣੇ, ਬੜੇ ਪ੍ਰਸ਼ਨ ਕਰਦੇ ਨੇ। ਇਹ ਨਹੀਂ ਕਿ ਉਹਨਾਂ ਵਿੱਚ ਆਪਣੇ ਵਾਲੀਆਂ ਗੱਲਾਂ ਹੁੰਦੀਆਂ ਕਿ ਉਹ ਐਵੇਂ ਤਰਕਬਾਜ਼ੀ ਕਰਦੇ ਨੇ ਜਾਂ ਕੋਈ ਹੋਰ। ਮਹਾਰਾਜ ਨੇ ਬੜਾ ਸੋਹਣੇ ਢੰਗ ਨਾਲ ਜਪਜੀ ਸਾਹਿਬ 'ਚ ਸਿੱਧਾਂ ਨੂੰ ਹੀ ਸਮਝਾਇਆ ਹੋਇਆ ਸਾਰਾ ਕੁਝ। ਇਸ ਕਰਕੇ ਮਹਾਰਾਜ ਨੇ ਕਿਹਾ ਦੇਖੋ ਭਾਈ, ਤੁਹਾਡੇ ਤਰੀਕੇ ਨਾਲ ਤੁਹਾਨੂੰ ਦੱਸਦੇ ਹਾਂ, ਇਹ ਜਿਹੜਾ ਅਸੀਂ ਲਿਖਿਆ ਨਾ ਸਦਾ ਸਲਾਮਤ, ਇਹ ਤਵੰਗ ਪਦ, ਇਹ ਤੇ ਨਿਰੰਕਾਰ ਬ੍ਰਹਮ, ਇਹ ਦੱਸੋ ਇਹ ਜਿਹੜਾ ਬ੍ਰਹਮ ਹੈ ਨਿਰੰਕਾਰ, ਤਵੰਗ ਪਦ ਜਿਹੜਾ ਜੀਵ ਹੈ, ਜੀਵ ਇੱਕ ਮੰਨ ਲਓ ਘੜੇ ਦੇ ਪਾਣੀ ਵਾਂਗੂ ਹੈ ਜਾਂ ਬਾਲਟੀ ਦੇ ਪਾਣੀ ਵਾਂਗੂ ਹੈ, ਅਤੇ ਜਿਹੜਾ ਹੈ
ਤਤਪਦ ਸਦਾ ਸਲਾਮਤ ਈਸ਼ਵਰ, ਇਹ ਜਿਹੜਾ ਹੈ ਇੱਕ ਨਦੀ ਦੇ ਪਾਣੀ ਵਾਂਗੂ ਹੈ, ਅਤੇ ਜਿਹੜਾ ਹੈ ਆਸਪਦ ਬ੍ਰਹਮ ਜਿਹਨੂੰ ਨਿਰੰਕਾਰ ਕਿਹਾ ਹੈ ਉਹ ਸਮੁੰਦਰ ਦੇ ਪਾਣੀ ਵਾਂਗੂ ਹੈ। ਕਹਿੰਦੇ ਹੁਣ ਤੁਸੀਂ ਦੱਸੋ ਇਹਨਾਂ ਤਿੰਨਾਂ 'ਚ ਫਰਕ ਕੀ ਹੈ? ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਜੀਵ ਦੇ ਵਿੱਚ, ਸਦਾ ਸਲਾਮਤ ਤੋਂ ਭਾਵ ਈਸ਼ਵਰ ਵਿੱਚ, ਇਹ ਦੋਨਾਂ ਦੇ ਵਿੱਚ ਉਹ ਨਿਰੰਕਾਰ ਆਪ ਹੀ ਬੈਠਾ ਨਾ, ਤੇ ਫਿਰ ਇਹਨਾਂ ਦੋਨਾਂ ਵਿੱਚ ਫਰਕ ਕੀ ਹੈ? ਵਾਹਿਗੁਰੂ ਨੂੰ ਦੇਖਣ ਦੀਆਂ ਆਪਣੀਆਂ ਅੱਖਾਂ ਨਹੀਂ ਹੈਗੀਆਂ, ਕਿਉਂਕਿ ਇਹ ਭਗਤ ਨਾਮਦੇਵ ਜੀ ਨੇ ਦੇਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਵਿੱਚ ਨਹੀਂ ਕੋਈ। ਭਾਈ ਕਨਈਆ ਜੀ ਨੇ ਦੇਖਿਆ, ਭਾਈ ਨੰਦ ਲਾਲ ਜੀ ਨੇ ਦੇਖਿਆ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਨਾ ਕੋ ਬੈਰੀ ਨਾ ਹੈ ਬੇਗਾਨਾ। ਇਹ ਇੱਕ ਅਵਸਥਾ ਹੈ ਮਨ ਦੀ। ਸਤ ਚੇਤਨ ਆਨੰਦ ਇੱਕ ਸਾਰ। ਹੁਣ ਜਿਹੜਾ ਸਤ ਚੇਤਨ ਤੇ ਆਨੰਦ ਹੈ ਇਹ ਵਾਹਿਗੁਰੂ ਦਾ ਹੀ ਰੂਪ ਹੈ ਨਾ। ਸਤ ਚੇਤਨ ਆਨੰਦ, ਤਤ ਤੇ ਤਵੰਗ ਪਦ ਜਿਹੜੇ ਦੋਨੋਂ ਨੇ, ਇਹਨਾਂ ਦੋਹਾਂ ਵਿੱਚ ਸਤ ਚੇਤਨ ਆਨੰਦ ਇੱਕ ਸਾਰ ਹੋਣ ਕਰਕੇ ਦੋਹਾਂ ਦਾ ਵਾਸਤਵ ਦੇ ਵਿੱਚ ਤਾਂ ਇੱਕੋ ਹੀ ਰੂਪ ਹੈ ਨਾ। ਕਹਿੰਦੇ ਕਿਉਂਕਿ ਜੀਵ ਦੇ ਅੰਦਰ ਕੀ ਹੋ ਗਿਆ? ਜੇ ਮੈਲਾਪੁਣਾ ਹੈ, ਅਗਿਆਨਤਾ ਹੈ, ਵਿਕਾਰ ਨੇ, ਪਰ ਆਤਮਾ ਤਾਂ ਇਹਦੇ ਵਿੱਚ ਨਿਆਰੀ ਆ ਨਾ। ਹੁਣ ਆਤਮਾ ਤਾਂ ਇੱਕ ਜਿਵੇਂ ਸਰੀਰ ਵਿੱਚ ਘੜੀ ਵਿੱਚ ਸੈੱਲ ਪਾ ਦਿੰਦੇ, ਸੈੱਲ ਹੈ, ਸੈੱਲ ਆਪਣਾ ਸੈੱਲ ਨੇ ਤਾਂ ਪਿੱਛੋਂ ਤਾਕਤ ਦੇਣੀ ਹੈ, ਕਰੰਟ ਦੇਣਾ, ਬਾਕੀ ਦੀ ਕਿਰਿਆ ਤਾਂ ਘੜੀ, ਭਾਵੇਂ ਹੁਣ ਘੜੀ ਦੀ ਮਸ਼ੀਨਰੀ ਜੇ ਖਰਾਬ ਹੈ ਉਹ ਪੁੱਠੀ ਚੱਲ ਪੈਂਦੀ ਹੈ, ਘੜੀ ਸਿੱਧੀ ਚੱਲ ਪੈਂਦੀ ਹੈ, ਕਦੇ ਸਕਿੰਟਾਂ ਵਾਲੀ ਸੂਈ ਰੁਕ ਗਈ, ਕਦੇ ਮਿੰਟਾਂ ਵਾਲੀ, ਕਦੇ ਅਲਾਰਮ ਖਰਾਬ ਹੋ ਗਿਆ। ਉਹਦਾ ਦੋਸ਼ ਨਹੀਂ ਸੈੱਲ ਦਾ, ਸੈੱਲ ਨੇ ਤਾਂ ਆਪਣਾ ਕਰੰਟ ਦੇਈ ਜਾਣਾ। ਇਸੇ ਤਰ੍ਹਾਂ ਹੀ ਆਤਮਾ ਦਾ ਤਾਂ ਕੋਈ ਦੋਸ਼ ਹੀ ਨਹੀਂ ਹੁੰਦਾ। ਆਤਮਾ ਤਾਂ ਸਾਡੇ ਸਰੀਰ ਨੂੰ ਸ਼ਕਤੀ ਦੇਣ ਵਾਲੀ ਹੈ। ਆਤਮਾ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਮਾੜੇ ਕੰਮ ਕਰੋ, ਆਤਮਾ ਸਿਰਫ ਪ੍ਰਕਾਸ਼ ਦਿੰਦੀ ਹੈ। ਵਾਹਿਗੁਰੂ ਦਾ ਪ੍ਰਕਾਸ਼ ਆ ਆਪਣੇ ਅੰਦਰ, ਉਹ ਪ੍ਰਕਾਸ਼ ਦੀ ਆਪਾਂ ਵਰਤੋਂ ਵੀ ਕਰ ਸਕਦੇ ਹਾਂ ਤੇ ਦੁਰਵਰਤੋਂ ਵੀ ਕਰ ਸਕਦੇ ਹਾਂ। ਦੋਨੋਂ ਹੀ ਕੰਮ। ਇੱਕ ਹੁਣ ਲਾਈਟ ਲੱਗੀ ਇੱਕ ਬੰਦੇ ਦੇ ਘਰੇ ਚੰਗੀ ਸੋਹਣੀ, ਉਹ ਸਾਰੀ ਰਾਤ ਬਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਜਾਂ ਅਖੰਡ ਪਾਠ ਕਰਵਾਉਂਦੇ ਆ। ਇੱਕ ਬੰਦਾ ਸਾਰੀ ਰਾਤ ਪੁੱਠੇ ਪਾਸੇ ਤੁਰਿਆ ਹੋਇਆ, ਕਾਹਨੂੰ ਕਹਿਣਾ? ਇਸ ਕਰਕੇ ਤੁਸੀਂ ਜਾਣ ਲਓ ਵੀ ਥੀਏਟਰਾਂ 'ਚ ਲੋਕ ਬੈਠਦੇ ਰਾਤ ਨੂੰ 12-1 ਵਜੇ ਤੱਕ, ਕੋਈ ਟੀਵੀ ਲਾ ਕੇ, ਕਰੰਟ ਉਹੀ ਹੈ, ਲਾਈਟ ਪਿੱਛੋਂ ਉਹੀ ਕੰਮ ਕਰਦੀ। ਇੱਕ ਬੰਦਾ ਸਾਰੀ ਰਾਤ ਫਿਲਮਾਂ ਦੇਖੀ ਗਿਆ, ਇੱਕ ਬੰਦਾ ਸਾਰੀ ਰਾਤ ਪਾਠ ਕਰੀ ਗਿਆ, ਉਹ ਲਾਈਟ ਇੱਕੋ ਹੀ ਚੀਜ਼ ਹੈ। ਇਸੇ ਪ੍ਰਕਾਰ ਬ੍ਰਹਮ ਦੀ ਲਾਈਟ ਸਾਡੇ ਅੰਦਰ ਸਾਰਿਆਂ ਵਿੱਚ ਇੱਕੋ ਹੀ ਕੰਮ ਕਰਦੀ ਹੈ। ਇੱਕ ਉਹਨੇ ਇਸ ਲਾਈਟ ਦਾ ਪ੍ਰਕਾਸ਼ ਪਾ ਕੇ ਧੰਨ ਹੋ ਗਿਆ ਮੈਂ, ਕਿ ਮੈਨੂੰ ਮਨੁੱਖਾ ਜਨਮ ਮਿਲ ਗਿਆ, ਔਰ ਉਹ ਇਸ ਗੱਲ ਨੂੰ ਗਿਆਨ 'ਚ ਲਿਆਉਂਦੇ ਨੇ ਕਿ ਸ਼ੁਕਰ ਹੈ ਮੇਰੇ ਅੰਦਰ ਜੋਤ ਹੈ, ਆਤਮਾ ਹੈ, ਤੇ ਕਿਉਂ ਨਾ ਮੈਂ ਪਰਮਾਤਮਾ ਨੂੰ ਮਿਲਾਂ, ਕਿਉਂਕਿ ਆਤਮਾ ਹੀ ਪਰਮਾਤਮਾ ਹੈ। ਉਹ ਇਸ ਢੰਗ ਨਾਲ ਕਰਕੇ ਪਰਮਾਤਮਾ ਨੂੰ ਮਿਲ ਲੈਂਦੇ ਨੇ। ਅਗਿਆਨੀ ਬੰਦੇ ਇਹਦੀ ਦੁਰਵਰਤੋਂ ਕਰਕੇ ਖਾ ਪੀ ਕੇ ਮੌਜਾਂ ਮਾਣ ਕੇ ਦੁਨੀਆ 'ਚੋਂ ਚਲੇ ਜਾਂਦੇ ਨੇ। ਨਿਰਗੁਣ ਜੀਵ ਰੋ ਈਸ਼ਰ ਸਗਨਾ, ਚੇਤਨ ਕਲਾ ਦੋਹਨ ਸੰਭਨਾ। ਕਹਿੰਦੇ ਉਹ ਜਿਹੜਾ ਜੀਵ ਹੈ ਨਾ, ਨਿਰਗੁਣ ਜੀਵ ਤੇ ਈਸ਼ਵਰ ਜਿਹੜਾ ਹੈ ਤੇ ਸਰਗੁਣ ਹੈ, ਇਹ ਸਾਰਾ ਹੁਣ ਤੁਸੀਂ ਦੇਖੋ ਕੀ ਵਖਰੇਵਾ ਹੈ ਇਹਨਾਂ ਵਿੱਚ ਕੋਈ? ਕਹਿੰਦੇ ਨਾ, ਸਾਰਾ ਇੱਕੋ ਹੀ ਰੂਪ ਤਾਂ ਹੈ ਇਹ। ਇਸ ਕਰਕੇ ਇਹਨਾਂ ਦੇ ਵਿੱਚ ਕੋਈ ਵਖਰੇਵਾ ਨਹੀਂ। ਚੇਤਨ ਕਲਾ ਦੋਹਨ ਸੰਭਨਾ, ਕਹਿੰਦੇ ਦੋਨਾਂ ਦੇ ਵਿੱਚ ਚੇਤਨ ਕਲਾ ਜਿਹੜੀ ਆ ਨਾ, ਜੀਵ ਦੇ ਵਿੱਚ ਵੀ ਤੇ ਈਸ਼ਵਰ ਦੇ ਵਿੱਚ ਵੀ ਚੇਤਨ ਕਲਾ ਇੱਕੋ ਹੀ ਵਰਤਦੀ ਹੈ। ਇਹ ਹੈ ਕਿ ਈਸ਼ਵਰ ਸ਼ੁੱਧ ਹੈ ਤੇ ਜੀਵ ਅਸ਼ੁੱਧ ਹੈ। ਕਲਾ ਤਾਂ ਦੋਨਾਂ ਦੇ ਵਿੱਚ ਇੱਕੋ ਜਿਹੀ ਵਰਤਦੀ ਹੈ। ਨਦੀ ਈਸ਼ਵਾਹਾ ਲਖ ਜੀਵ, ਪਰੇ ਸਮੁੰਦ ਰੂਪ ਜਲ ਥੀਵ। ਕਹਿੰਦੇ ਜਿਹੜਾ ਈਸ਼ਵਰ ਹੈ ਉਹ ਕੀ ਚੀਜ਼ ਹੈ? ਕਹਿੰਦੇ ਨਦੀ, ਨਦੀਆਂ, ਅਤੇ ਵਾਹ ਜਿਹੜਾ ਵਾੜਾ ਹੈ, ਛੋਟਾ ਨਾਲਾ ਜਿਹੜਾ ਚੱਲਦਾ ਪਾਣੀ ਦਾ, ਉਹ ਜਾਣ ਲਓ ਜੀਵ ਹੈ। ਇਹ ਪਰੇ ਸਮੁੰਦਰ ਰੂਪ ਜਲ ਥੀਵ। ਜਦੋਂ ਬ੍ਰਹਮ ਰੂਪੀ ਸਮੁੰਦਰ ਵਿੱਚ ਇਹ ਦੋਵੇਂ ਮਿਲਦੇ ਨੇ, ਇਹ ਈਸ਼ ਜਿਹੜਾ ਹੈ ਈਸ਼ਵਰ ਅਤੇ ਜਿਹੜਾ ਜੀਵ ਹੈ ਇਹ ਸਰਗੁਣ ਰੂਪ ਹੀ ਹੈ ਨਿਰਗੁਣ ਦਾ, ਤੇ ਨਿਰਗੁਣ ਜਿਹੜਾ ਹੈ ਉਹ ਸਮੁੰਦਰ ਵਾਂਗੂ ਹੈ। ਇਸ ਕਰਕੇ ਨਿਰਗੁਣ ਵਿੱਚੋਂ ਹੀ ਈਸ਼ਵਰ ਨੇ ਜਨਮ ਲਿਆ ਮਾਇਆ ਰਾਹੀਂ। ਮਾਇਆ ਜਮਾ ਸ਼ੁੱਧ ਸਤੋਗੁਣ, ਜਮਾ ਪਰਮੇਸ਼ਰ ਦੀ ਜੋਤ, ਇਹ ਈਸ਼ਵਰ ਬਣਿਆ। ਇਹਨੇ ਸ੍ਰਿਸ਼ਟੀ ਨੂੰ ਬਣਾਇਆ, ਇਹਨੇ ਜੀਵ ਨੂੰ ਬਣਾਇਆ ਹੈ, ਇਹਨੇ ਦੇਵਤਿਆਂ ਨੂੰ ਬਣਾਇਆ, 84 ਲੱਖ ਜੂਨ ਨੂੰ ਬਣਾਇਆ ਹੈ। ਪਰ ਇਹ ਦੋਨੋਂ ਸਰਗੁਣ ਵਿੱਚ ਵਰਤਦਾ ਹੈ ਨਿਰੰਕਾਰ ਆਪ ਹੀ, ਕਿਉਂਕਿ ਨਿਰੰਕਾਰ ਹੀ ਤਾਂ ਮਾਇਆ ਰੂਪ ਹੋ ਕੇ ਫਿਰਦਾ ਸੰਸਾਰ ਅੰਦਰ।
ਹੋਰ ਕੌਣ? ਮਾਇਆ ਕਿਹਨੂੰ ਕਹਿੰਦੇ ਨੇ? ਆ ਬ੍ਰਹਮਾ ਵਿਸ਼ਨੂੰ ਆਪਾਂ ਮਹੇਸ਼, ਇਹ ਸਭ ਆਪਣੀਆਂ ਅੱਖਾਂ ਦਾ ਹੇਰ ਫੇਰ ਹੈ। ਆਪਾਂ ਕਹਿੰਦੇ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਇਹ ਮਾਇਆ ਹੈ, ਇਹ ਜੀਵ ਨੇ। ਵਾਸਤਵ ਦੇ ਵਿੱਚ ਕੁਛ ਵੀ ਨਹੀਂ ਹੈ। ਵਾਸਤਵ ਦੇ ਵਿੱਚ ਸਾਰਾ ਕੁਝ ਉਹ ਆਪ ਹੀ ਬਣਿਆ ਹੋਇਆ ਹੈ। ਸੂਖਮ ਵਿਦ ਮੈਂ ਸਕਲ ਜਨਾਏ, ਮਹਾਵਾਕਿਮ ਦੇ ਦਿਖਾਏ। ਕਹਿੰਦੇ ਉਹ ਮਹਾਵਾਕ ਦੇ ਵਿੱਚ ਸੂਖਮ ਵਿਧੀ ਦੇ ਨਾਲ ਸਾਰਾ ਕੁਝ ਹੀ ਤੁਹਾਨੂੰ ਜਣਾ ਦਿੱਤਾ ਹੈ। ਇਹ ਚੰਗੇ ਤਰੀਕੇ ਨਾਲ ਸਮਝ ਲਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮੈਂ ਔਰ ਏਕ ਅਭੇਦ ਕਯੋ ਬੋਠੋਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਇੱਕ ਹੋਰ ਅਭੇਦ ਬਚਨ ਕਿਹਾ, ਕਈ ਥਾਵਾਂ ਤੇ ਕਿਹਾ। ਸਮਝਣ ਵਾਲੇ ਸਮਝਦੇ ਨੇ, ਜਾਂ ਪਾਠ ਦੀ ਸਮਝ ਨਹੀਂ ਹੈ, ਕੁਛ ਵੀ ਨਹੀਂ ਸਮਝ। ਮੈਂ ਕਹਿੰਦਾ ਜਿੰਨਾ ਆਪਾਂ ਨੂੰ ਦਿੱਤਾ ਨਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਜਪਜੀ ਸਾਹਿਬ ਸੁਖਮਨੀ ਸਾਹਿਬ 'ਚ, ਆਪਾਂ ਤਾਂ ਪਾਸਕ ਮਾਤਰ ਵੀ ਨਹੀਂ ਸਮਝਿਆ ਕਿਸੇ ਨੇ ਹਾਲੇ ਤੱਕ। ਇਹ ਤਾਂ ਇੰਨਾ ਗਿਆਨ ਹੈ, ਆਪਾਂ ਕਿ ਪ੍ਰਵੇਸ਼ ਹੀ ਨਹੀਂ ਕਰਦੇ ਇਸ ਪਾਸੇ ਨੂੰ। ਮੈਂ ਜਪਜੀ ਸਾਹਿਬ ਪੜ੍ਹ ਲਿਆ, ਬਸ 10 ਮਿੰਟ ਹੀ ਲਾਏ, 15 ਮਿੰਟ ਲਾਏ, ਤੈਨੂੰ ਕੀ ਪਤਾ ਜਪਜੀ ਸਾਹਿਬ ਹੈ ਕੀ, ਇਹਦੇ ਅੰਦਰ ਕਿੰਨਾ ਗਿਆਨ ਹੈ। ਇਹ ਖਜ਼ਾਨਾ ਤਾਂ ਤੂੰ ਖੋਲਿਆ ਹੀ ਨਹੀਂ ਹਲੇ। ਖਜ਼ਾਨੇ ਦੇ ਦਰਸ਼ਨ ਕਰਨੇ ਹੋਰ ਗੱਲ ਹੁੰਦੀ ਹੈ। ਮੈਂ ਖਜ਼ਾਨੇ ਦੇਖਣਾ ਹੈ, ਦੇਖ ਲੈ ਬਈ ਖਜ਼ਾਨਾ ਤੈਨੂੰ ਦਿਖਾ ਦਿੰਦੇ ਆ। ਉਹ ਖਜ਼ਾਨਾ ਦੇਖਣਾ ਹੋਰ ਚੀਜ਼ ਹੁੰਦੀ, ਖਜ਼ਾਨੇ ਦੀ ਪ੍ਰਾਪਤੀ ਤਾਂ ਨਹੀਂ ਹੋਈ ਹੈ। ਖਜ਼ਾਨੇ 'ਚ ਤੈਨੂੰ ਲੈ ਚੱਲਦੇ ਆ, ਉੱਥੇ ਨੋਟ ਹੀ ਨੋਟ, ਸੋਨਾ ਹੀ ਸੋਨਾ ਪਿਆ ਹੈ। ਆ ਬੈਂਕਾਂ ਵਾਲਿਆਂ ਕੋਲ ਬਥੇਰੇ ਪੈਸੇ ਨੇ, ਰੋਜ਼ ਵਿਚਾਰੇ ਇੰਨੇ ਦੇਖਦੇ ਥਈਆਂ, ਜੀ ਤਾਂ ਕਰਦਾ ਵੀ ਮੇਰੇ ਕੋਲ ਵੀ ਇੰਨੇ ਹੋਣ, ਪਰ ਸ਼ਾਮ ਨੂੰ ਘਰੇ ਆ ਜਾਂਦਾ, ਮਹੀਨੇ ਬਾਅਦ ਉਹਨੂੰ ਤਾਂ ਉਹੀ 15-20 ਹਜ਼ਾਰ ਮਿਲਣਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਜਪਜੀ ਸਾਹਿਬ ਨੂੰ ਦੇਖਿਆ ਹੈ, ਪੜ੍ਹਿਆ ਹੈ, ਸੁਣਿਆ ਨਹੀਂ, ਮੰਨਿਆ ਨਹੀਂ, ਉਹਨੂੰ ਕਮਾਇਆ ਨਹੀਂ, ਉਹਦੇ ਖਜ਼ਾਨੇ ਨੂੰ ਆਪਣਾ ਨਹੀਂ ਬਣਾਇਆ ਹੈ। ਇਸ ਕਰਕੇ ਜਦ ਤੱਕ ਤੁਸੀਂ ਉਹਦੇ ਖਜ਼ਾਨੇ ਨੂੰ ਆਪਣਾ ਨਹੀਂ ਬਣਾਉਂਦੇ, ਉਦੋਂ ਤੱਕ ਉਹਦੀ ਤੁਸੀਂ ਵਰਤੋਂ ਨਹੀਂ ਕਰ ਸਕਦੇ। ਜਦ ਤੱਕ ਉਹ ਹਿਰਦੇ 'ਚ ਨਾਮ ਨਹੀਂ ਵਸਦਾ, ਉਦੋਂ ਤੱਕ ਮਹਾਰਾਜ ਕਹਿੰਦੇ ਕੁਝ ਵੀ ਨਹੀਂ ਬਣ ਸਕਦਾ। ਕੱਲ ਨੂੰ ਸ਼ਰਵਣ ਕਰਾਂਗੇ ਅੱਗੇ। ਪਿਆਰ ਸਤਿਕਾਰ ਸਹਿਤ ਆਪ ਨੇ ਸ਼ਰਵਣ ਕੀਤਾ ਹੈ, ਤੋ ਸਾਰਿਆਂ ਨਾਲੋਂ ਵੱਡਾ ਇਹ ਜਾਣ ਲਓ ਅੱਜ ਦਾ ਪ੍ਰਸੰਗ ਆਪਣਾ ਕਿ ਜੀਵ ਵੀ ਬ੍ਰਹਮ ਹੀ ਹੈ, ਈਸ਼ਵਰ ਵੀ ਬ੍ਰਹਮ ਹੀ ਹੈ, ਤੇ ਨਿਰੰਕਾਰ ਵੀ ਬ੍ਰਹਮ ਹੀ ਹੈ। ਤਾਈਓ ਮਹਾਰਾਜ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਇੰਨੀ ਦੇਖੋ ਪੰਕਤੀ 'ਚ ਕਿੰਨਾ ਡੂੰਘਾ ਭੇਦ ਹੈ, ਅਰਥ ਹੈ, ਭਾਵ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਵਾਹਿਗੁਰੂ।